ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਵਿਜ਼ਿਟ ਨੂੰ ਇਸ ਮੀਟਿੰਗ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ। ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਹਰਭਜਨ ਸਿੰਘ ਜੀਟੀਓ ਸਾਹਿਬ ਮੇਰੇ ਕੈਬਨਿਟ ਕੁਲੀਗ ਨੇ, ਔਰ ਹਰਿੰਦਰ ਜੀ ਸਾਡੇ ਪਾਰਟੀ ਦੇ ਸਾਰੇ ਸਤਿਕਾਰਯੋਗ ਸਾਥੀ, ਸਾਰੇ ਪੀਡੀਏ ਦੇ ਏਡੀਏ ਦੇ ਔਰ ਸਾਰੇ ਆਫੀਸਰ ਸਾਹਿਬਾਨ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡਾ ਇੱਥੇ ਆਉਣ ਦਾ ਮਕਸਦ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਅੰਮ੍ਰਿਤਸਰ ਗੁਰੂ ਸਾਹਿਬ ਦੀ ਧਰਤੀ, ਔਰ ਮੈਂ ਸਮਝਦਾ ਕਿ ਇੱਥੇ ਇਸ ਧਰਤੀ ਦੇ ਉੱਪਰ ਜਿੰਨਾ ਕੰਮ ਸਰਕਾਰਾਂ ਵੱਲੋਂ, ਲੋਕਾਂ ਵੱਲੋਂ, ਸਮਾਜ ਵੱਲੋਂ ਕਰ ਲਿਆ ਜਾਵੇ ਉਨਾ ਹੀ ਥੋੜਾ। ਪਹਿਲਾਂ ਵੀ 2-3 ਵਾਰੀ ਪ੍ਰੋਗਰਾਮ ਬਣਿਆ ਪਰ ਕੁਝ ਜਿਵੇਂ ਅਜਿਹੇ ਰਹੇ ਜਿਹਦੀ ਵਜ੍ਹਾ ਕਰਕੇ ਪ੍ਰੋਗਰਾਮ ਪੋਸਟਪੋਨ ਹੁੰਦਾ ਰਿਹਾ। ਅੱਜ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਔਰ ਦੁਰਗਿਆਣਾ ਮੰਦਿਰ ਨਤਮਸਤਕ ਹੋ ਕੇ ਮੀਟਿੰਗ ਹੈ ਜਿਹੜੀ ਕੀਤੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਲਈ ਕਈ ਵੱਡੇ ਪਲਾਨਸ ਨੇ ਜਿਹੜੇ ਉਹ ਸਰਕਾਰ ਦੇ, ਭਗਵੰਤ ਮਾਨ ਜੀ ਦੇ ਔਰ ਸਾਡੇ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਨੇ। ਔਰ ਡਿਵੈਲਪਰਸ ਦੇ ਨਾਲ ਮੀਟਿੰਗ ਸਾਡੀ ਹੋ ਚੁੱਕੀ ਹੈ, RWAs ਨਾਲ ਮੀਟਿੰਗ ਹੈ, ਔਰ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਕੋਈ ਇਸ਼ੂਜ਼ ਪੈਂਡਿੰਗ ਹੈਗੇ ਰਿਗਾਰਡਿੰਗ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਉਹ ਡਿਸਕਸ ਕੀਤੇ ਨੇ। ਡਿਵੈਲਪਰਸ ਦੀਆਂ ਕੀ ਇਸ਼ੂਜ਼ ਨੇ, ਕਿਉਂਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਸਾਡਾ ਸਕੋਪ, ਸਾਡਾ ਪਰਪਸ, ਮਕਸਦ ਕਿ ਇੱਕ ਪਲਾਨਡ ਡਿਵੈਲਪਮੈਂਟ ਹੈ ਜਿਹੜੀ ਉਹ ਦਿੱਤੀ ਜਾ ਸਕੇ। ਔਰ ਇਹਦੇ ਲਈ ਜਿੱਥੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਉੱਥੇ ਮੀਡੀਆ ਦੇ ਵੀ ਸਾਥੀਆਂ ਦੀ ਲੋੜ ਹੈ, ਤਾਂ ਕਿ ਇੱਕ ਚੰਗਾ ਵਧੀਆ ਸੁਖਾਵਾਂ ਮਾਹੌਲ ਹੈ ਜਿਹੜਾ ਉਹ ਦੇ ਸਕੀਏ। ਔਰ ਆਉਣ ਵਾਲੇ ਸਮੇਂ ਦੇ G20 ਦੀ ਸਮਿਟ ਹੈ ਜਿਹੜੀ ਉਹ ਵੀ ਹੋਣੀ ਹੈ। ਹਰ ਰੋਜ਼ ਦੇ ਤਕਰੀਬਨ 1 ਲੱਖ ਦੇ ਕਰੀਬ ਸ਼ਰਧਾਲੂ ਇੱਥੇ ਆਉਂਦੇ, ਸੋ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਵਧੀਆ ਇਨਫਰਾਸਟ੍ਰਕਚਰ ਹੈ ਜਿਹੜਾ ਪਲਾਨਡ ਤਰੀਕੇ ਦੇ ਨਾਲ ਉਹ ਦਿੱਤਾ ਜਾ ਸਕੇ। ਇਹੀ ਸਾਰੇ ਡਿਸਕਸ਼ਨਸ ਡੈਲੀਬਰੇਸ਼ਨ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹਾਂ। ਬਾਕੀ ਤੁਹਾਡਾ ਕੋਈ ਕਿਸੇ ਤਰੀਕੇ ਸਵਾਲ ਜੀ? ਬਹੁਤ ਸਾਰੀਆਂ ਇਲੀਗਲ ਕਲੋਨੀਜ਼ ਹੈ ਜਿਨ੍ਹਾਂ ਨੇ ਪੁੱਡਾ ਤੋਂ ਅਪਰੂਵਲ ਤਾਂ ਲਈ ਹੈ ਪਰ ਪੁੱਡਾ ਨੂੰ ਫੀਸਿਸ ਨਹੀਂ ਜਮ੍ਹਾਂ ਕਰਾਈਆਂ, ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ? ਦੇਖੋ, ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਦੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਤਕਰੀਬਨ 14,000 ਇਲੀਗਲ ਕਲੋਨੀਜ਼ ਦਾ ਇੱਕ ਅਰਬਨ ਜੰਗਲ ਹੈ ਜਿਹੜਾ ਉਹ ਖੜਾ ਹੋ ਚੁੱਕਿਆ। ਔਰ ਪਿਛਲੇ ਦਿਨਾਂ 'ਚ ਤੁਹਾਡੇ ਧਿਆਨ ਦੇ ਵਿੱਚ ਹੋਊਗਾ, ਇਹਦੇ ਉੱਪਰ ਅਸੀਂ ਸਖਤੀ ਵੀ ਕਾਫੀ ਕੀਤੀ ਹੈ ਕਿਉਂਕਿ ਉਹ ਕਰਨੀ ਬਣਦੀ ਸੀਗੀ, ਕਿਉਂਕਿ ਕਈ ਥਾਵਾਂ 'ਤੇ ਇਹੋ ਜਿਹੇ ਚਾਂਸਿਸ ਦੇਖੇ ਨੇ, ਇਹੋ ਜਿਹੇ ਇੰਸਟੈਂਸਿਸ ਆਏ ਨੇ ਧਿਆਨ ਦੇ ਵਿੱਚ ਵੀ ਜੇ ਕਿਤੇ ਅੱਗ ਲੱਗ ਜੇ ਤੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਔਰ ਟਾਈਮ ਐਂਡ ਅਗੇਨ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਸਾਰੀਆਂ ਜਿਹੜੀਆਂ ਪਿਛਲੀਆਂ ਰੈਗੂਲਰਾਈਜੇਸ਼ਨ ਕੀਤੀਆਂ ਜਾਂਦੀਆਂ ਰਹੀਆਂ, ਔਰ ਉਹਨੇ ਇਨਕਰੇਜ ਕੀਤਾ ਕਿ ਜਿਹੜੇ ਲੀਗਲ ਆਥੋਰਾਈਜ਼ਡ ਕਾਲੋਨੀਆਂ, ਅਪਰੂਵਡ ਕਾਲੋਨੀਆਂ ਕੱਟਣੀਆਂ ਸੀਗੀਆਂ ਉਹ ਡਿਸਕਰੇਜ ਹੋ ਗਏ ਔਰ ਇਲੀਗਲ ਕਾਲੋਨੀਆਂ ਕੱਟੀਆਂ ਜਾਂਦੀਆਂ ਨੇ, 14,000 ਦੇ ਕਰੀਬ ਪਹੁੰਚ ਚੁੱਕੀਆਂ। ਉਹਦੇ ਉੱਪਰ ਅਸੀਂ ਅੱਜ ਵੀ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਕੇ ਹਟੇ ਕਿ ਕੋਈ ਵੀ ਇਲੀਗਲ ਕਾਲੋਨੀ ਹੈ ਜਿਹੜੀ ਉਹ ਕੱਟਣ ਨਹੀਂ ਦਿੱਤੀ ਜਾਊਗੀ। ਜੇ ਕੋਈ ਕੱਟਦਾ ਹੈ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਕਿ ਨਾ ਕੋਈ ਇਲੀਗਲ ਕਾਲੋਨੀ ਕੱਟੇ, ਨਾ ਕੋਈ ਇਲੀਗਲ ਕਾਲੋਨੀ ਦੇ ਵਿੱਚ ਪਲਾਟ ਜਾਂ ਮਕਾਨ ਲਵੇ, ਕਿਉਂਕਿ ਬਹੁਤ ਥਾਵਾਂ 'ਤੇ ਅਸੀਂ ਪਹਿਲਾਂ ਇਹ ਦੇਖਿਆ ਕਿ ਇਲੀਗਲ ਕਾਲੋਨੀ ਕੱਟੀ, ਸਿੱਧਾ ਜ਼ਿਮੀਂਦਾਰ ਤੋਂ ਪਲਾਟ ਓਨਰ ਨੂੰ ਰਜਿਸਟਰੀ ਕਰਾਈ ਤੇ ਬੰਦਾ ਆਪ ਬਾਹਰ ਨਿਕਲ ਜਾਂਦਾ ਸੀਗਾ। ਨਾ ਉੱਥੇ ਸੜਕ, ਨਾ ਉੱਥੇ ਲਾਈਟ ਇਨਫਰਾਸਟ੍ਰਕਚਰ, ਨਾ ਉੱਥੇ ਕੋਈ ਸੀਵਰੇਜ ਪਾਣੀ ਦਾ ਪ੍ਰਬੰਧ, ਲੋਕਾਂ ਨੂੰ ਮੁਸ਼ਕਲ ਆਉਂਦੀਆਂ ਸੀਗੀਆਂ। ਅਸੀਂ ਇਸੇ ਮਕਸਦ ਦੇ ਨਾਲ ਅਫੋਰਡੇਬਲ ਹਾਊਸਿੰਗ ਦੀ ਨਵੀਂ ਪਾਲਿਸੀ ਲੈ ਕੇ ਆਏ ਹਾਂ, ਡਿਵੈਲਪਰਸ ਦੀ ਸਲਾਹ ਦੇ ਨਾਲ ਲੈ ਕੇ ਆਏ ਹਾਂ। ਉਹਦੇ ਵਿੱਚ ਅਸੀਂ ਸੇਲੇਬਲ ਏਰੀਆ ਜਿਹੜਾ ਉਹ ਵੀ ਵਧਾ ਦਿੱਤਾ, ਜਿਹੜੇ EDC ਚਾਰਜਿਸ ਨੇ ਉਹ ਵੀ ਘਟਾ ਦਿੱਤੇ। ਸੋ ਪਲਾਨਡ ਤਰੀਕੇ ਦੇ ਨਾਲ ਜਿਹੜੀ ਅਗਲੀ ਡਿਵੈਲਪਮੈਂਟ ਹੈ ਉਹ ਹੋਣੀ ਹੈ। ਜੇ ਇਲੀਗਲ ਕਾਲੋਨੀਆਂ ਦਾ ਕੰਮ ਪਿਛਲੀਆਂ ਦਾ ਜਿਸ ਦਿਨ ਸਰਕਾਰ ਬਣੀ ਹੈ ਉਸ ਦਿਨ ਤੱਕ ਕੀ ਸੀਗਾ ਸਿਚੁਏਸ਼ਨ ਔਰ ਉਹਦਾ ਕਿਵੇਂ ਹੱਲ ਕਰਨਾ ਹੈ, ਉਹਦੇ ਬਾਰੇ ਸਰਕਾਰ ਧਿਆਨ ਕਰ ਰਹੀ ਹੈ। ਉਹਦੇ ਬਾਰੇ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ। ਭਗਵੰਤ ਮਾਨ ਜੀ ਖੁਦ ਆਪ ਉਹਦੇ ਵਾਸਤੇ ਬੜੇ ਫਿਕਰਮੰਦ ਨੇ, ਪਰ ਅੱਗੇ ਵਾਸਤੇ ਕੋਈ ਵੀ ਇਲੀਗਲ ਕਾਲੋਨੀ, ਇਲੀਗਲ ਸਟਰਕਚਰ ਹੈ ਜਿਹੜਾ ਅਸੀਂ ਅਲਾਉ ਨਹੀਂ ਕਰਾਂਗੇ। ਮੇਰਾ ਖਿਆਲ ਸੋਰੀਆਂ ਨੇ ਕਿਸ ਤਰੀਕੇ ਨਾਲ ਹੋਣਗੀਆਂ ਜਿਹੜੀਆਂ ਪਿਛਲੇ ਦਿਨੀ ਤੁਸੀਂ ਆ ਸਰਕਾਰ ਸੌਰੀ ਕੀ ਕਹਿ ਰਹੇ ਹੋ? ਰਜਿਸਟਰੀਆਂ ਜਿਹੜੀਆਂ ਸੀ ਸਰਕਾਰ ਬੰਦ ਹੋ ਗਈਆਂ ਸੀ ਇਲੀਗਲ ਕਲੋਨੀਜ਼ ਦੀਆਂ, ਉਹ ਦੁਬਾਰਾ ਸ਼ੁਰੂ ਹੋਣਗੀਆਂ, ਨਹੀਂ ਹੋਣਗੀਆਂ ਵੀ, ਤੇ ਕਿਸ ਜਿਹੜੇ ਆ ਉਹਦਾ ਪੈਰਾਮੀਟਰਸ ਲੈਣਗੇ? ਦੇਖੋ, ਇਸ ਤਰ੍ਹਾਂ ਕਿ ਇਹ ਜਿਹੜੀਆਂ ਰਜਿਸਟਰੀ ਤੁਸੀਂ ਗੱਲ ਕਰਦੇ ਹੋ, NOCs ਲੈਣਾ ਪੈਂਦਾ ਸੀਗਾ ਰਜਿਸਟਰੀਆਂ ਕਰਾਉਣ ਦੇ ਲਈ। ਇਹਦਾ ਬੈਕਗਰਾਊਂਡ ਕਿ ਤੁਹਾਨੂੰ ਮੈਂ ਉਹ ਦੱਸਣਾ ਚਾਹੁੰਦਾ। ਹਾਈ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਪਾਪਰਾ ਐਕਟ ਹੈ ਔਰ ਦੂਜੇ ਪਾਸੇ ਹਰ ਦੂਜੇ ਤੀਜੇ ਸਾਲ ਪੰਜਾਬ ਸਰਕਾਰ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੀ ਹੈ ਤੇ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਪਾਪਰਾ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਵੀ ਜੇ ਤੁਸੀਂ ਉਹਨੂੰ ਫੋਲੋ ਹੀ ਨਹੀਂ ਕਰਨਾ, ਆਪਦੇ ਕਾਨੂੰਨ ਨੂੰ ਫੋਲੋ ਨਹੀਂ ਕਰਨਾ ਤੇ ਤੁਸੀਂ ਉਹਨੂੰ ਡਿਸਪੋਜ਼ ਆਫ ਕਰ ਦਿਓ। ਇਸ ਕਰਕੇ NOC ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ। ਹੁਣ ਤਕਰੀਬਨ 3.5 4 ਮਹੀਨੇ ਪਹਿਲਾਂ ਅਸੀਂ ਇੱਕ ਆਨਲਾਈਨ ਪੋਰਟਲ ਹੈ ਜਿਹੜਾ
ਉਹ ਜਾਰੀ ਕਰ ਦਿੱਤਾ, ਜਿਹਦੇ ਵਿੱਚ ਕੁਝ ਡਾਕੂਮੈਂਟੇਸ਼ਨ ਤੁਸੀਂ ਸਬਮਿਟ ਕਰੋ ਆਨਲਾਈਨ ਤੇ ਵਿਦਿਨ 15 ਡੇਜ਼ ਤੁਹਾਨੂੰ NOC ਜਿਹੜਾ ਉਹ ਮਿਲ ਜਾਏਗਾ, ਤੁਸੀਂ ਉਹ NOC ਦੇ ਨਾਲ ਆਪਦੀ ਰਜਿਸਟਰੀ ਜਿਹੜੀ ਉਹ ਕਰਵਾ ਸਕਦੇ ਹੋ। ਨੰਬਰ 1। ਨੰਬਰ 2, ਅਸੀਂ ਸਾਰੇ ਪੰਜਾਬ ਦੇ ਸਰਵੇ ਕੀਤਾ ਔਰ ਇਹ ਉਹਦਾ ਪਰਪਸ ਮਕਸਦ ਇਹ ਸੀਗਾ ਕਿ ਜਿਹੜੇ ਰਿਮੋਟ ਏਰੀਆਜ਼ ਨੇ, ਰਿਮੋਟ ਵਿਲੇजेस ਨੇ, ਜਿੱਥੇ ਨਾ ਕਾਲੋਨੀ ਕਟੀ ਹੈ ਤੇ ਨਾ ਕਾਲੋਨਾਈਜੇਸ਼ਨ ਹੋਣ ਦਾ ਕੋਈ ਚਾਂਸ ਹੈ, ਉਹ ਅਸੀਂ ਔਨ ਗਰਾਊਂਡ ਵੈਰੀਫਾਈ ਕੀਤਾ ਤੇ 5773 ਪਿੰਡਾਂ ਨੂੰ ਅਸੀਂ ਐਗਜ਼ੈਂਪਟ ਕਰ ਦਿੱਤਾ ਇਹਦੇ ਵਿੱਚੋਂ। ਹੁਣ ਜਿਹੜਾ ਏਰੀਆ ਰਹਿ ਗਿਆ ਉਹ ਰਹਿ ਗਿਆ ਜਿਹੜੇ ਮਿਊਨਿਸਪਲ ਕਮੇਟੀਜ਼ ਦੇ ਅੰਦਰ ਆਉਂਦਾ, ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ, ਔਰ ਜਾਂ ਜਿਹੜੇ ਉਹਦੇ ਸਰਾਊਂਡਿੰਗ ਸਬਰਬਨ ਵਿਲੇजेस ਨੇ, ਉਹਦੇ ਵਾਸਤੇ ਜਿਹਨੇ ਤਾਂ ਕੰਮ ਦਰੁਸਤ ਕੀਤਾ ਹੋਇਆ, ਸਹੀ ਕੀਤਾ ਹੋਇਆ, ਲੀਗਲ ਕਾਲੋਨੀ ਕੱਟੀ ਹੋਈ, ਸਾਰੀਆਂ ਪਰਮਿਸ਼ਨਸ ਉਹਦੇ ਕੋਲ ਹੈਗੀਆਂ, ਉਹਨੂੰ ਫਿਕਰ ਕਰਨ ਦੀ ਦਿੱਕਤ ਕੋਈ ਨਹੀਂ ਹੈ, ਫਿਕਰ ਕਰਨ ਦੀ ਲੋੜ ਕੋਈ ਨਹੀਂ ਹੈਗੀ। ਉਹ ਪਾਰਟਿਕੂਲਰ ਡਾਕੂਮੈਂਟਸ ਦੇ ਨਾਲ ਤੁਸੀਂ ਆਨਲਾਈਨ ਅਪਲਾਈ ਕਰੋ, ਕਾਲੋਨੀ ਵੀ ਕਰ ਸਕਦੀ ਹੈ ਔਰ ਇੱਕ ਇੰਡੀਵਿਜੂਅਲ ਪਲਾਟ ਹੋਲਡਰ ਵੀ ਕਰ ਸਕਦਾ। ਤੁਹਾਨੂੰ 15 ਦਿਨਾਂ ਵਿੱਚ NOC ਮਿਲ ਜੂਗਾ, ਰਜਿਸਟਰੀ ਹੋ ਜੂਗੀ। ਸਿਰਫ ਔਰ ਸਿਰਫ ਇਸ਼ੂ ਜਿਹੜਾ ਬਚਦਾ ਉਹ ਉਹਨਾਂ ਦਾ ਬਚਦਾ ਜਿਨ੍ਹਾਂ ਨੇ ਇਲੀਗਲ ਕੱਟੀਆਂ ਹੋਈਆਂ ਨੇ, ਸਬਰਬਨ ਏਰੀਆਜ਼ ਦੇ ਵਿੱਚ, ਸ਼ਹਿਰ ਦੀ ਮਿਊਨਿਸਪਲ ਕਮੇਟੀ ਦੀ ਹੱਦ ਦੇ ਵਿੱਚ ਆ ਗਏ, ਉਹਨਾਂ ਦਾ ਇਸ਼ੂ ਹੈ, ਜਿਹਦੇ ਬਾਰੇ ਸਰਕਾਰ ਭਗਵੰਤ ਮਾਨ ਜੀ ਖੁਦ ਆਪ ਅਸੀਂ ਸਾਰੇ ਲੱਗੇ ਹੋਏ ਤੇ ਹੋ ਸਕਦਾ ਬੜੀ ਜਲਦੀ ਹੀ ਉਹਦੇ ਬਾਰੇ ਵੀ ਕੋਈ ਨਾ ਕੋਈ ਇੱਕ ਡਿਸੀਜਨ ਹੈ ਜਿਹੜਾ ਲਈਏ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। What about those people ਜਿਨ੍ਹਾਂ ਨੇ 25% ਪੈਸੇ ਤਾਂ ਜਮ੍ਹਾਂ ਕਰਾਏ ਕਲੋਨੀ ਅਪਰੂਵ ਕਰਨ ਵਾਸਤੇ, ਪਲਾਟ ਵੇਚੇ ਤੇ ਚਲੇ ਗਏ? ਉਹ ਬਹੁਤ ਛੋਟਾ ਬੰਦੇ ਤਾਂ ਹੈ ਨਹੀਂ, ਵੱਡੇ ਲੋਕ ਹੈ ਜਿਨ੍ਹਾਂ ਨੇ ਵੀ ਕਲੋਨੀਆਂ ਕੱਟੀਆਂ, ਉਹਨਾਂ ਤੋਂ ਜਿਹੜੀ ਫੀਸ ਦੀ ਵਸੂਲੀ ਦੀ ਸਰਕਾਰ ਕੋਈ ਪਲਾਨਿੰਗ ਬਣਾ ਰਹੀ ਹੈ? ਜਿਵੇਂ ਤੁਸੀਂ that is what I am saying. We are not going to exempt anybody whether he is big or small. No. How much time it will take? Listen, it is already under process. Anybody who tries to play with the law, he will not be allowed. Today only in the meeting of developers, I told my officers very clearly that anybody who tries to run away from the law or don't want to deposit money to the authority or want to fleece the people, he should not be allowed. ਪੰਜਾਬ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ, ਬਹੁਤ ਸਾਰੇ ਧਰਨੇ ਲੱਗ ਰਹੇ ਨੇ। ਦੇਖੋ ਜੀਰਾ ਫੈਕਟਰੀ ਦੇ ਬਾਅਦ ਧਰਨਾ ਹੈ, ਬਰਗਾੜੀ ਕਾਂਡ ਨੂੰ ਲੈ ਕੇ ਧਰਨਾ ਹੈ, ਸ਼ੰਭੂ ਬੈਰੀਅਰ ਤੇ ਧਰਨਾ ਸੀ, ਉੱਤੇ ਸ਼ਾਇਦ ਮੀਟਿੰਗ ਹੋ ਗਈ। ਮਤਲਬ ਹੁਣ ਸਾਂਝਾ ਮੋਰਚਾ ਜਿਹੜਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ 7 ਤਰੀਕ ਨੂੰ। ਹੁਣ ਤੁਹਾਨੂੰ ਲੱਗਦਾ ਵੀ ਸਰਕਾਰ ਤੇ ਜਿਹੜੇ ਆਫੀਸਰਸ ਨੇ ਕਿਤੇ ਨਾ ਕਿਤੇ ਲੈਪਸਿਸ ਹੈ, ਕਿਉਂਕਿ ਜੀਰੇ ਦਾ ਜਿਹੜਾ ਮਸਲਾ ਸੀ ਉਹ ਇੰਨਾ ਗੰਭੀਰ ਨਹੀਂ ਸੀ ਜਿੰਨਾ ਗੰਭੀਰ ਕਰ ਲਿੱਤਾ ਗਿਆ? ਦੇਖੋ ਇਸ ਤਰ੍ਹਾਂ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਧਰਨਾ ਲਾਉਣ ਦੀ ਹਰੇਕ ਬੰਦੇ ਨੂੰ ਇਜਾਜ਼ਤ ਹੁੰਦੀ ਹੈ। ਸਾਡੀ ਪਾਰਟੀ ਵੀ ਧਰਨਿਆਂ ਦੇ ਵਿੱਚੋਂ, ਇੱਕ ਪ੍ਰੋਟੈਸਟ ਦੇ ਵਿੱਚੋਂ ਹੀ ਨਿਕਲ ਕੇ ਆਈ ਹੈ। ਬਟ ਪ੍ਰੋਟੈਸਟ ਕਰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਰਕਾਰਾਂ ਸੁਣਵਾਈ ਨਾ ਕਰਦੀਆਂ। ਹੁਣ ਪਿਛਲੇ 8-9 ਮਹੀਨੇ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੋਈ ਇਸ਼ੂ ਹੁੰਦਾ, ਇੱਕ ਛੋਟੀ ਤੋਂ ਛੋਟੀ ਜਥੇਬੰਦੀ ਵੀ ਦੇ 4 ਬੰਦੇ ਵੀ ਮਿਲਣਾ ਚਾਹੁੰਦੇ ਨੇ ਤੇ ਭਗਵੰਤ ਮਾਨ ਜੀ ਤੋਂ ਅਪਾਇੰਟਮੈਂਟ ਹੈ ਜਿਹੜੀ ਉਹ ਮਿਲ ਜਾਂਦੀ ਹੈ। ਔਰ ਪਿਛਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਅਕ੍ਰੋਸ ਆਲ ਸੈਕਸ਼ਨਸ, ਉਹਨਾਂ ਨੂੰ ਹੀਅਰਿੰਗ ਹੈ ਜਿਹੜੀ ਉਹ ਮਿਲਦੀ ਰਹੀ ਹੈ। ਬਹੁਤ ਕਿਸਾਨ ਵੀਰਾਂ ਦੇ ਮਸਲੇ ਵੀ ਹੱਲ ਹੋਏ ਨੇ, ਬਹੁਤ ਜਿਹੜੀਆਂ ਨਵੀਆਂ ਭਰਤੀਆਂ ਸੀ ਉਹਨਾਂ ਦੇ ਮਸਲੇ ਵੀ ਹੱਲ ਹੋਏ ਨੇ, ਬਹੁਤ ਰੈਗੂਲਰਾਈਜੇਸ਼ਨ ਵਾਲੇ ਵੀ ਹੱਲ ਹੋਏ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਸੁਣਵਾਈ ਨਾ ਹੁੰਦੀ ਹੋਵੇ ਉੱਥੇ ਦਾ ਧਰਨਾ ਜਾਇਜ਼ ਹੈ, ਜਿੱਥੇ ਸੁਣਵਾਈ ਹੁੰਦੀ ਹੋਵੇ ਤੇ ਫਿਰ ਵੀ ਉਸ ਤੋਂ ਬਾਅਦ ਵੀ ਧਰਨੇ ਲੱਗਣ ਤੇ ਇਹ ਅਨਜਸਟੀਫਾਈਡ ਹੈ, ਉਹ ਅਨਕਾਲਡ ਫॉर ਹੈ। ਤੁਸੀਂ ਗੱਲ ਕੀਤੀ ਜ਼ੀਰੇ ਦੀ, ਮੈਂ ਅੱਜ ਤੱਕ ਕਦੇ ਗੱਲ ਗੋਲ ਨਹੀਂ ਕੀਤੀ ਹੈਗੀ। ਜਿਹੜੇ ਉੱਥੇ ਧਰਨੇ ਤੇ ਬੈਠੇ ਨੇ ਸਾਰੇ ਦੇ ਸਾਰੇ ਸਾਡੇ ਸਰਕਾਰ ਦੇ ਸਤਿਕਾਰਯੋਗ ਨੇ, ਅਸੀਂ ਸਾਰਿਆਂ ਦੇ ਸੈਂਟੀਮੈਂਟਸ ਦਾ ਸਤਿਕਾਰ ਕਰਦੇ ਹਾਂ। ਜੇ ਉੱਥੇ ਕੋਈ ਹੈਲਥ ਹੈਜ਼ਰਡਸ ਹੈਗੇ ਬਿਕੋਜ਼ ਆਫ ਕੰਟੈਮੀਨੇਸ਼ਨ ਆਫ ਵਾਟਰ, ਬਿਕੋਜ਼ ਆਫ ਪੋਲਿਊਸ਼ਨ, ਸਰਕਾਰ ਉਨੀ ਹੀ ਫਿਕਰਮੰਦ ਹੈ ਜਿੰਨੇ ਉਹ ਫਿਕਰਮੰਦ ਨੇ। ਪਰ ਬਾਏ ਦ ਐਂਡ ਆਫ ਦਾ ਡੇ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ਫੈਕਟਸ ਦੇ ਆਧਾਰ ਦੇ ਉੱਪਰ, ਤੱਥਾਂ ਦੇ ਆਧਾਰ ਦੇ ਉੱਪਰ ਗੱਲ ਕਰਨੀ ਪੈਣੀ ਹੈ। ਉੱਥੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਕਿ ਉਸ ਐਥਨੋਲ ਪਲਾਂਟ ਦੀ ਵਜ੍ਹਾ ਕਰਕੇ ਇਹ ਕੰਟੈਮੀਨੇਸ਼ਨ ਨਹੀਂ ਹੈਗੀ, ਇਹਦੇ ਕੋਈ ਰੀਜ਼ਨਸ ਹੋਰ ਨੇ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਹੈ ਜਿਹੜੀ ਦੇ ਦਿੱਤੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਹੈ ਜਿਹੜੀ ਉਹ ਦਿੱਤੀ। ਜਿੰਨੀਆਂ ਫੈਕਟ ਫਾਈਂਡਿੰਗ ਟੀਮਸ ਨੇ ਉਹ ਬਾਰ-ਬਾਰ ਸਰਕਾਰ ਨੇ ਬਣਾਈਆਂ ਨੇ। ਬਾਰ-ਬਾਰ ਅੱਜ ਖਬਰ ਆਉਂਦੀ ਹੈ ਕਿ ਅੱਜ ਸ਼ਾਮਲ ਹੋ ਰਹੇ ਨੇ, ਕੱਲ੍ਹ ਨੂੰ ਖਬਰ ਆਉਂਦੀ ਹੈ ਕਿ ਉਹ ਸਾਡੇ ਸਾਥੀ ਨੇ ਜਿਹੜੇ ਉਹਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਹੈਗੇ। ਪਿਛਲੇ 5 ਮਹੀਨਿਆਂ ਦੇ ਵਿੱਚ ਮੈਨੂੰ ਇਹ ਸਮਝਾਓ ਤੁਸੀਂ ਕਿ ਫੈਕਟਰੀ ਦਾ ਕੀ ਗਿਆ। ਪਹਿਲਾਂ ਹਾਈ ਕੋਰਟ ਨੇ 5 ਕਰੋੜ ਰੁਪਇਆ ਜੁਰਮਾਨਾ ਫੈਕਟਰੀ ਵਾਲਿਆਂ ਦੇ ਕੇਸ ਦੇ ਉੱਪਰ ਪੰਜਾਬ ਸਰਕਾਰ ਦੇ ਉੱਪਰ ਠੋਕਤਾ, ਫਿਰ 15 ਕਰੋੜ ਫੇਰ ਠੋਕਤਾ, ਹੁਣ 20 ਕਰੋੜ ਦਾ ਜੁਰਮਾਨਾ। ਫੈਕਟਰੀ ਬੰਦ ਪਈ ਹੈ, 20 ਕਰੋੜ ਉਹਨਾਂ ਨੂੰ ਤਾਂ ਸਰਕਾਰ ਨੇ ਦੇਤਾ। ਸਰਕਾਰ ਭਾਈ ਸਾਹਿਬ ਕਿਹਦੀ ਹੈ? ਸਰਕਾਰ ਪੰਜਾਬ ਦੇ ਲੋਕਾਂ ਦੀ ਹੈ। ਸਾਡੇ ਕੋਲ ਕੋਈ ਇਹੋ ਜਿਹੀ ਮਨੀ ਮਿੰਟਿੰਗ ਨੋਟ ਛਾਪਣ ਵਾਲੀ ਮਸ਼ੀਨ ਨਹੀਂ ਹੈਗੀ ਕਿ ਅਸੀਂ 20 ਕਰੋੜ ਰੁਪਈਆ ਜਿਹੜਾ ਫੈਕਟਰੀ ਨੂੰ ਦੇਤਾ ਤੇ ਉਹਦੇ ਨਾਲ ਖਜ਼ਾਨਾ ਭਰ ਲਈਏ ਮੁੜ ਕੇ ਦੁਬਾਰਾ। ਉਹ ਪੰਜਾਬ ਦੇ ਲੋਕਾਂ ਦੇ ਸਿਰ ਹੀ ਬੋਝ ਪੈ ਰਿਹਾ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਕੋਈ ਤੁਹਾਡਾ ਇਸ਼ੂ ਹੈ, ਕਿਸੇ ਵਰਗ ਦਾ ਇਸ਼ੂ ਹੈ,
ਤੇ ਸਰਕਾਰ ਸੁਣਨ ਨੂੰ ਉਹਨੂੰ ਹੱਲ ਕਰਨ ਦੇ ਲਈ ਤਿਆਰ ਹੈ। ਪਰ ਜੇ ਆਪਣਾ ਐਟੀਟਿਊਡ ਰਵੱਈਆ ਇਹ ਹੋਊਗਾ ਕਿ ਮੈਂ ਨਾ ਮੰਨੂ ਤੇ ਫਿਰ ਤਾਂ ਕੰਮ ਨਹੀਂ ਨਾ ਚੱਲਣਾ। ਉੱਥੇ ਧਰਨੇ ਦਾ ਮਕਸਦ ਕੀ ਸਮਝਦੇ ਹੋ ਤੁਸੀਂ? ਡੈਫੀਨਿਟਲੀ ਮੈਂ ਇਹਨਾਂ ਸੁਣ ਮੇਰੀ ਸੁਣ ਤਾਂ ਲਓ ਨਾ ਜੀ, ਮੈਂ ਸਵਾਲ ਨੂੰ ਨਹੀਂ ਟੋਕਦਾ, ਤੁਸੀਂ ਜਵਾਬ ਨੂੰ ਟੋਕਿਆ ਕਰੋ। ਮੈਂ ਧਰਨੇ ਦਾ ਮਕਸਦ ਤਾਂ ਉਹ ਦੱਸਣਗੇ ਮੇਰੇ ਵੀਰ। ਜੋ ਮੈਨੂੰ ਸਮਝ ਆਉਂਦੀ ਹੈ ਉਹਨਾਂ ਦਾ ਇਸ਼ੂ ਹੈ ਕਿ ਉੱਥੇ ਅੰਡਰਗਰਾਉਂਡ ਵਾਟਰ ਕੰਟੈਮੀਨੇਟ ਹੋ ਰਿਹਾ ਹੈ। ਹੁਣ ਉਹ ਅੰਡਰਗਰਾਉਂਡ ਵਾਟਰ ਦੀ ਕੰਟੈਮੀਨੇਸ਼ਨ ਹੈ ਜਿਹੜੀ ਉਹ ਉਸ ਪਲਾਂਟ ਕਰਕੇ ਹੋ ਰਹੀ ਹੈ ਜਾਂ ਕਿਸੇ ਹੋਰ ਰੀਜ਼ਨ ਕਰਕੇ ਹੋ ਰਹੀ ਹੈ। ਇਹ ਤਾਂ ਕੋਈ ਐਕਸਪਰਟ ਜਿਹੜਾ ਹੈਗਾ ਇਸ ਫੀਲਡ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਉਹ ਤਾਂ ਉਹੀ ਦੱਸੇਗਾ ਨਾ ਜੀ। ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਜੀ ਤੋਂ ਲੈ ਕੇ ਉਹਨਾਂ ਦੇ ਸਾਰੀ ਟੀਮ ਅਸੀਂ ਬੜੇ ਫਿਕਰਮੰਦ ਆ। ਸਿਰਫ ਔਰ ਸਿਰਫ ਜ਼ੀਰੇ ਦੇ ਉਹਨਾਂ ਮਨਸੂਰ ਵਾਲੇ ਦੇ 45 ਜਾਂ 50 ਪਿੰਡਾਂ ਵਾਸਤੇ ਨਹੀਂ, ਅਸੀਂ ਸਾਰੇ ਪੰਜਾਬ ਦੇ ਲਈ ਫਿਕਰਮੰਦ ਆ ਕਿ ਜੇ ਕੰਟੈਮੀਨੇਸ਼ਨ ਕਿਤੇ ਹੋ ਰਹੀ ਹੈ, ਪੋਲਿਊਸ਼ਨ ਹੋ ਰਹੀ ਹੈ, ਉਹਦੇ ਵਾਸਤੇ ਪੁਖਤਾ ਕਦਮ ਨੇ ਜਿਹੜੇ ਉਹ ਚੱਕੇ ਜਾ ਰਹੇ ਨੇ। ਪਰ ਇਹਦੇ ਲਈ ਇੱਕ ਹੱਲ ਆਪਾਂ ਨੂੰ ਇਹੋ ਜਿਹਾ ਲੱਭਣਾ ਪੈਣਾ ਕਿ ਤੁਸੀਂ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਆਪਾਂ ਕਹਿ ਦਈਏ ਕਿ ਹਾਂ ਆਪਾਂ ਇਹਦੀ ਰਿਪੋਰਟ ਹੈ ਜਿਹੜੀ ਮੰਨ ਲਾਂਗੇ, ਕੋਈ ਫੈਕਟ ਫਾਈਂਡਿੰਗ ਕਮੇਟੀ ਬਣ ਜੇ, ਕੁਛ ਤਾਂ ਬਣੇ ਨਾ। ਪਰ ਸਿਰਫ ਔਰ ਸਿਰਫ ਆਪਾਂ ਕਹੀਏ ਵੀ ਇਹ ਬੰਦ ਤੋਂ ਇਲਾਵਾ ਸਾਨੂੰ ਕੁਝ ਮਨਜ਼ੂਰ ਨਹੀਂ ਹੈਗਾ। ਐ ਭਾਈ ਸਾਹਿਬ, ਡੈਮੋਕ੍ਰੇਸੀ ਦੇ ਵਿੱਚ ਕਹਿਣ ਦਾ ਹੱਕ ਹੁੰਦਾ, ਪਰ ਇਹ ਹੱਕ ਨਹੀਂ ਹੁੰਦਾ ਕਿ ਵੀ ਕਿਸੇ ਦੀ ਸੁਣਨੀ ਨਹੀਂ। ਹਾਂਜੀ ਅਮਨ ਜੀ, ਤੁਹਾਨੂੰ ਕੀ ਲੱਗਦਾ ਸਿਚੁਏਸ਼ਨ ਪੈਦਾ ਕਿਉਂ ਹੋਈ? ਦੇਖੋ ਨਾ ਜੀ, ਉਹ ਪਹਿਲੇ ਤੇ ਕਹਿੰਦੇ ਸੀ ਵੀ ਅਸੀਂ ਪਾਰਟ ਆਫ ਬਣਾਂਗੇ, ਕਮੇਟੀਆਂ ਦੇ ਵੀ ਸਹਿਮਤ ਹੋ ਗਏ ਸੀਗੇ। ਸਿਚੁਏਸ਼ਨ ਕਿੱਥੇ ਫਸੀ ਹੈ ਵੀ ਕੀ ਤੁਹਾਨੂੰ ਕੀ ਲੱਗਦਾ ਹੈ? ਦੇਖੋ ਇਸ ਤਰ੍ਹਾਂ ਕਿ ਇਹਨੂੰ ਸੀਐਮ ਸਾਹਿਬ ਖੁਦ ਆਪ ਮੋਨੀਟਰ ਕਰ ਰਹੇ ਨੇ। ਸਾਡੇ ਮਾਨਯੋਗ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਉੱਥੇ 3-4 ਜਗ੍ਹਾ ਜਾ ਕੇ ਆਏ ਨੇ। ਸਾਡੇ ਜਿਹੜੇ ਪੋਲਿਊਸ਼ਨ ਜਿਹੜੇ এনवायरमेंट ਮਿਨਿਸਟਰ ਨੇ ਮੀਥੇਅਰ ਜੀ, ਉਹ ਵੀ ਬੜੇ ਰੈਗੂਲਰਲੀ ਡਾਇਲੌਗ ਦੇ ਵਿੱਚ ਨੇ। ਮੇਰਾ ਡਾਇਰੈਕਟ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋਇਆ, ਪਰ ਮੈਂ ਇੱਕ ਬੜੀ ਜਰਨਲ ਗੱਲ ਕੀਤੀ ਹੈ। ਔਰ ਜਰਨਲ ਗੱਲ ਇਹ ਕੀਤੀ ਹੈ ਕਿ ਮਸਲਾ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ, ਉਹ ਡਾਇਲੌਗ ਦੇ ਥਰੂ ਨਿਕਲ ਆਉਂਦਾ। ਹੁਣ ਨਾ ਜੇ ਆਪਾਂ ਡਾਇਲੌਗ ਕਰਾਂਗੇ, ਨਾ ਆਪਾਂ ਕਿਸੇ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕਰਾਂਗੇ, ਨਾ ਆਪਾਂ ਕਿਸੇ ਫੈਕਟ ਫਾਈਂਡਿੰਗ ਕਮੇਟੀ ਦਾ ਆਪਾਂ ਹਿੱਸਾ ਬਣਾਂਗੇ, ਤੇ ਉਹ ਮਸਲੇ ਦਾ ਹੱਲ ਕਿਵੇਂ ਹੋਊਗਾ? ਨਹੀਂ ਅਮਨ ਜੀ, ਦੇਖੋ ਨਾ ਜੀ ਸੁਮਿਟ ਹੋਣ ਜਾ ਰਿਹਾ, ਮਾਨ ਸਾਹਿਬ ਜਾਂਦੇ ਆ ਬਾਹਰ ਚੇਨਈ ਤੇ ਹੈਦਰਾਬਾਦ, ਉੱਥੋਂ ਨਿਵੇਸ਼ਕਾਂ ਨੂੰ ਇੰਡਸਟਰੀਜ਼ ਨੂੰ ਕਹਿੰਦੇ ਤੁਸੀਂ ਆਓ। ਪਰ ਜਦੋਂ ਇੱਥੇ ਦਾ ਮਾਹੌਲ ਇੱਕ ਕ੍ਰੀਏਟ ਕੀਤਾ ਜਾਂਦਾ ਵੀ ਥਾਂ ਧਰਨੇ ਲੱਗੇ ਆ, ਚੰਡੀਗੜ੍ਹ ਧਰਨਾ, ਹਾਈਵੇ ਤੇ ਧਰਨਾ, ਇੱਥੇ ਧਰਨਾ, ਫਿਰ ਇੱਕ ਜਿਹੜੀ ਨਾ ਇੱਕ ਅਜੀਬ ਜੀ ਸਰਕਾਰ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ। ਦੇਖੋ ਸਰਕਾਰ ਨੂੰ ਇਸ ਸਿਚੁਏਸ਼ਨ ਚੋਂ ਬਾਹਰ ਨਿਕਲਣ ਵਾਸਤੇ ਅਸੀਂ ਇਸੇ ਗੱਲ ਨੂੰ ਜੋ ਤੁਸੀਂ ਕਹਿ ਰਹੇ ਹੋ, ਅਸੀਂ ਖੁਦ ਆਪ ਅਸੀਂ ਇਕੱਲੇ ਇਹ ਨਹੀਂ ਕਿ ਅਸੀਂ ਸਰਕਾਰ ਦੇ ਵਿੱਚ ਸਾਡੀ ਫਿਕਰਮੰਦੀ ਹੋ ਰਹੀ ਹੈ। ਪੰਜਾਬ ਦੇ 3 ਕਰੋੜ ਲੋਕਾਂ ਦੀ ਫਿਕਰਮੰਦੀ ਹੋਣੀ ਚਾਹੀਦੀ ਹੈ ਕਿ ਜਦੋਂ ਤੱਕ ਇੰਡਸਟਰੀ ਨਹੀਂ ਆਊਗੀ, ਜਦੋਂ ਤੱਕ ਇਨਵੈਸਟਮੈਂਟ ਪੰਜਾਬ ਦੇ ਵਿੱਚ ਨਹੀਂ ਆਊਗੀ, ਉਦੋਂ ਤੱਕ ਆਪਾਂ ਕਿਵੇਂ ਅੱਗੇ ਵਧਾਂਗੇ। ਹੁਣ ਜੇ ਇਸ ਤਰੀਕੇ ਦਾ ਮਾਹੌਲ ਰਿਹਾ ਤੇ ਡੈਫੀਨੇਟਲੀ ਇੰਡਸਟਰੀ ਸੈਂਟੀਮੈਂਟ ਹੈ ਜਿਹੜਾ ਉਹ ਡੈਫੀਨੇਟਲੀ ਹਿੱਟ ਹੁੰਦਾ। ਔਰ ਇੰਡਸਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜੋ ਪੰਜਾਬ ਦੀ ਇਕਨੋਮੀ ਉਹਨੂੰ ਟਰੈਕ ਦੇ ਉੱਪਰ ਚੜਾ ਸਕਦੇ ਹੋ। ਇੰਡਸਟਰੀ ਦੇ ਨਾਲ ਹੀ ਐਮਪਲੋਇਮੈਂਟ ਜਨਰੇਸ਼ਨ ਹੋਣੀ ਹੈ। ਕਿਸਾਨੀ ਨੋ ਡਾਊਟ ਪੰਜਾਬ ਐਗਰੀਰੀਅਨ ਸਟੇਟ ਹੈ, ਪਰ ਅੱਜ ਦੀ ਡੇਟ ਦੇ ਵਿੱਚ ਲੈਟਸ ਬੀ ਵੈਰੀ ਕਲੀਅਰ, ਅੱਜ ਮਹਿਜ਼ 16% GSDP ਕ੍ਰੀਏਟ ਕਰਦੀ ਹੈ ਕਿਸਾਨੀ, ਔਰ ਡਿਪੈਂਡੈਂਸ 70% ਲੋਕਾਂ ਦੀ ਪੰਜਾਬੀਆਂ ਦੀ ਉਹਦੇ ਉੱਪਰ ਆ। ਉਹਨੂੰ ਜਦੋਂ ਤੱਕ ਆਪਾਂ ਡਾਇਵਰਸੀਫਾਈ ਨਹੀਂ ਕਰਾਂਗੇ, ਡਾਇਵਰਸੀਫਿਕੇਸ਼ਨ ਦੇ ਨਾਲ ਉਹਦੀ ਇੰਡਸਟਰੀਲਾਈਜੇਸ਼ਨ ਫਰਦਰ ਨਹੀਂ ਹੋਊਗੀ, ਉਦੋਂ ਤੱਕ ਨਹੀਂ ਅੱਗੇ ਵਧਿਆ ਜਾਣਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਕ ਆਮ, ਜੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਤੇ ਆਮ ਕਿਸਾਨ ਵੀਰ ਦੇ, ਜੇ ਤੁਸੀਂ ਪਿਛਲੇ ਸਰਕਾਰਾਂ ਦੀ ਗੱਲ ਕਰ ਰਹੇ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ, ਉਹ ਇਸੇ ਗੱਲ ਤੇ ਇਲੈਕਸ਼ਨ ਲੜ ਜਾਂਦੇ ਸੀਗੇ ਕਿ ਜੇ ਅਸੀਂ 8 ਘੰਟੇ ਬਿਜਲੀ ਦਿੱਤੀ। ਉਹ ਇਸੇ ਗੱਲ ਤੇ ਇਲੈਕਸ਼ਨ ਲੜ ਜਾਂਦੇ ਸੀਗੇ ਕਿ ਜੇ ਅਸੀਂ 24 ਘੰਟੇ 'ਚ ਫਸਲ ਚੱਕ ਲਈ। ਹਜੇ ਤੱਕ ਜਿੰਨੀਆਂ ਫਸਲਾਂ ਚੱਕੀਆਂ ਗਈਆਂ ਨੇ, ਉਹ ਫਸਲ ਆਉਂਦੀ ਮਗਰੋਂ, ਝੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ, ਫਸਲ ਆਉਂਦੀ ਮਗਰੋਂ ਸੀਗੀ, ਚੱਕੀ ਪਹਿਲਾਂ ਜਾਂਦੀ ਸੀ, ਅਗਲੇ ਦਿਨ ਪੇਮੈਂਟ ਪੈ ਜਾਂਦੀ ਸੀਗੀ। ਝੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਸਰਕਾਰ ਵਿਰੋਧੀ ਕਹਿੰਦੇ ਸੀਗੇ ਕਿ ਇਹਨਾਂ ਤੋਂ ਬਿਜਲੀ ਨਹੀਂ ਦਿੱਤੀ ਜਾਣੀ, ਆਹ ਬੈਠੇ ਨੇ ਬਿਜਲੀ ਮੰਤਰੀ ਸਾਹਿਬ ਮਾਨ ਸਾਹਿਬ ਦੀ ਅਗਵਾਈ ਤੇ ਇਹਨਾਂ ਦੀ ਅਗਵਾਈ ਦੇ ਵਿੱਚ 24 ਘੰਟੇ ਤੱਕ ਪਿੰਡਾਂ ਦੇ ਵਿੱਚ ਬਿਜਲੀ ਮਿਲੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਬਾਕੀ ਜੇ ਆਪਾਂ ਗੱਲ ਕਰ ਲਈਏ, ਗੰਨੇ ਦਾ ਸਭ ਤੋਂ ਘੱਟ ਰੇਟ ਹੁੰਦਾ ਸੀਗਾ, ਜਿਹੜੀ ਅਸ਼ੋਰਡ ਪ੍ਰਾਈਸ ਸੀਗੀ, ਉਹ ਅੱਜ ਦੀ ਡੇਟ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਵੱਧ ਹੈ। ਮੂੰਗੀ ਦੇ ਉੱਪਰ ਅਸੀਂ ਜਿਹੜੀ MSP ਹੈ ਉਹ ਦਿੱਤੀ। ਸੋ DSR ਵਾਸਤੇ 1500 ਰੁਪਏ ਪਰ ਏਕੜ। ਸੋ ਬਹੁਤ ਇਨੀਸ਼ੀਏਟਿਵਸ ਨੇ ਜਿਹੜੇ ਉਹ ਸਰਕਾਰ ਵੱਲੋਂ ਚੱਲ ਰਹੇ ਨੇ। ਹੁਣ ਇੱਕ ਪੋਜ਼ਿਟਿਵ ਕੰਸਟਰਕਟਿਵ ਮਾਹੌਲ ਪੈਦਾ ਕਰਨ ਦੀ ਲੋੜ ਹੈ ਤੇ ਉਹਦੇ ਲਈ ਮੈਂ ਸਮਝਦਾ ਕਿ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਦੀ ਇੰਡਸਟਰੀ ਜਿਹੜੀ ਆ ਉੱਤਰ ਪ੍ਰਦੇਸ਼ ਜਾਣ ਵਾਸਤੇ ਉੱਥੇ CM ਮੀਟਿੰਗਾਂ ਕਰਦੇ ਨੇ, ਉੱਧਰ ਮੂਵ ਹੋ ਰਹੀ ਆ, ਇਹਦੇ ਬਾਰੇ ਸਰਕਾਰ ਕਹਿੰਦੀ ਅਸੀਂ ਬਾਹਰੋਂ ਲੈ ਕੇ ਆ ਰਹੇ, ਪਰ ਇੱਥੋਂ ਵਾਲੀ ਤਾਂ ਬਾਹਰ ਜਾ ਰਹੀ, ਉਹਦੇ ਬਾਰੇ ਦੇਖੋ ਇਸ ਤਰ੍ਹਾਂ ਕਿ ਇਹਦੇ ਵਾਸਤੇ ਹਜੇ ਕੋਈ ਅਖਬਾਰ ਦੇ ਵਿੱਚ ਇੱਕ ਦਿਨ ਖਬਰ ਜ਼ਰੂਰ ਪੜ੍ਹੀ ਸੀ, ਕੋਈ ਇੱਥੋਂ ਦੇ ਇੰਡਸਟਰੀ ਜਾ ਕੇ ਉੱਥੇ ਮਿਲੇ ਨੇ, ਪਰ ਇਹਦੇ ਬਾਰੇ ਸਰਕਾਰ ਦੇ ਧਿਆਨ ਦੇ ਵਿੱਚ ਹਜੇ ਕੋਈ ਐਗਜ਼ੈਕਟ
ਰਿਕਾਰਡ ਜਾਂ ਫਿਗਰ ਜਾਂ ਕੋਈ ਕਨਫਰਮਡ ਰਿਪੋਰਟ ਸਾਡੇ ਕੋਲ ਆਈ ਨਹੀਂ ਹੈਗੀ। ਨੰਬਰ 1, ਮੈਂ ਇਹੀ ਜੋ ਤੁਹਾਡਾ ਫਿਕਰ ਹੈ ਉਹੀ ਮੇਰਾ ਫਿਕਰ ਹੈ, ਤੇ ਉਹੀ ਅੱਜ ਆਪਣਾ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ ਹੈ ਵੀ ਪੰਜਾਬ ਇੱਕ ਲੈਂਡਲੌਕਡ ਸਟੇਟ ਹੈ, ਇੱਥੇ ਜ਼ਮੀਨਾਂ ਮਹਿੰਗੀਆਂ ਨੇ, ਬਾਕੀ ਓਪਰਚੁਨਿਟੀਜ਼ ਬਹੁਤ ਥੋੜ੍ਹੀਆਂ ਨੇ। ਸਾਡੇ ਕੋਲ ਨੈਚੁਰਲ ਰਿਸੋਰਸਿਸ ਇੱਕ ਰੇਤੇ ਤੋਂ ਬਿਨਾਂ ਉਹ ਹੋਰ ਕੋਈ ਨਹੀਂ ਹੈਗਾ। ਆਪਾਂ ਨੂੰ ਅਰਬਨਾਈਜੇਸ਼ਨ ਵੱਲ ਔਰ ਇੰਡਸਟਰੀਲਾਈਜੇਸ਼ਨ ਵੱਲ ਜਾਣਾ ਪਊਗਾ, ਔਰ ਉਹਦੇ ਲਈ ਇੰਡਸਟਰੀਲਿਸਟ ਹੋਰ ਕੁਝ ਨਹੀਂ ਮੰਗਦਾ ਹੈਗਾ। ਉਹ ਕਹਿੰਦਾ ਮੈਨੂੰ ਇੱਕ ਸਿਖਾਵਾਂ ਮਾਹੌਲ ਦੇ ਦਿਓ, ਹੋਰ ਮੈਨੂੰ ਕੱਖ ਨਹੀਂ ਚਾਹੀਦਾ, ਬਾਕੀ ਸਾਰਾ ਕੁਝ ਮੈਂ ਆਪਣੇ ਆਪ ਕ੍ਰੀਏਟ ਕਰ ਦੂੰਗਾ। ਸੋ ਇਹ ਚੀਜ਼ ਹੈ ਜਿਹੜੀ ਇਹ ਆਪਾਂ ਨੂੰ ਸਾਰਿਆਂ ਨੂੰ, ਮੈਂ ਇਹੀ ਬੇਨਤੀ ਮੈਂ ਤੁਹਾਨੂੰ ਕਰਨ ਦੇ ਲਈ, ਮੈਂ ਕੋਈ ਗੋਲ ਗੱਲਾਂ ਮੈਨੂੰ ਦੂਜੇ ਲੀਡਰਾਂ ਵਾਂਗੂ ਕਰਨੀਆਂ ਹੁੰਦੀਆਂ, ਮੈਂ ਬੜੀ ਸਪਸ਼ਟ ਗੱਲ ਕੀਤੀ। ਤੁਹਾਡੇ ਜ਼ਰੀਏ ਮੈਂ ਇਹ ਬੇਨਤੀ ਕਰਦਾ ਕਿ ਇੱਕ ਚੰਗਾ ਮਾਹੌਲ ਜਿਹੜਾ ਬਣਾਈਏ। ਤੁਹਾਡਾ ਕਿਸੇ ਵਰਗ ਦਾ ਕੋਈ ਇਸ਼ੂ ਹੈਗਾ, ਸਰਕਾਰ ਉਹਨੂੰ ਸੁਣਨ ਦੇ ਲਈ ਤੇ ਉਹਨੂੰ ਹੱਲ ਕਰਨ ਦੇ ਲਈ ਉਹਨੂੰ ਅਸੀਂ ਪਾਬੰਦ ਹਾਂ। ਹਾਂਜੀ, ਵਿਜੀਲੈਂਸ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ। ਕਿਆ ਸਰਕਾਰ ਮੰਤਰੀਆਂ ਬਹੁਤ ਸਾਰੀਆਂ ਅਧਿਕਾਰੀਆਂ ਦੇ ਖਿਲਾਫ ਦਿੱਲੀ ਕੁਝ ਕੀਤਾ ਜਾ ਰਿਹਾ, ਖਬਰਾਂ ਪ੍ਰੈਸ਼ਰ ਵੀ ਨਸ਼ਾ ਹੁੰਦਾ ਵੀ 125 ਦੇਖੋ, ਸਭ ਤੋਂ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਜਿਵੇਂ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਕਿਹਾ ਹੈ, ਸਾਡੀ ਉਵੇਂ ਹੀ ਜ਼ੀਰੋ ਟੋਲਰੈਂਸ ਟੂ ਪਾਵਰ ਥੈਫਟ, ਬਿਜਲੀ ਚੋਰੀ ਤੇ ਵੀ ਅਸੀਂ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਉਹ ਲਾਗੂ ਕੀਤੀ ਹੋਈ ਆ। ਔਰ ਜੇ ਕਿਤੇ ਸਾਡੇ ਕੋਲ ਕੋਈ ਵੀ ਕੇਸ ਸਾਹਮਣੇ ਆਉਂਦਾ, ਅਸੀਂ ਉਹਦੇ ਤੇ ਪ੍ਰੋਪਰ ਜੋ ਵੀ ਕਾਰਵਾਈ ਹੁੰਦੀ ਹੈ ਡਿਪਾਰਟਮੈਂਟ ਦੀ ਆਪਣੀ ਇਨਫੋਰਸਮੈਂਟ ਏਜੰਸੀ ਹੈ, ਡਿਪਾਰਟਮੈਂਟ ਦੇ ਆਪਣੇ ਪੁਲਿਸ ਸਟੇਸ਼ਨ ਨੇ, ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਦੀ ਇਹਦੇ ਬਾਰੇ ਦਰਜ ਹੁੰਦੀ ਕਮਿਸ਼ਨ ਦਾ ਆ। ਕੋਈ ਵਿਚਾਰ ਹੈ ਜਾਂ ਨਹੀਂ ਹੈ, ਇਹਦੇ ਬਾਰੇ ਬਿਹਤਰ ਤੋਂ ਦੱਸ ਸਕਦੇ ਨੇ, ਪਰ ਮੈਂ ਇੱਕ ਗੱਲ ਮੰਨ ਕੇ ਚੱਲਦਾ ਕਿ ਦਿਲੀ ਇਸ਼ਾ ਕਿ ਅਸੀਂ ਪੰਜਾਬ ਦੇ ਵਿੱਚ ਡਿਪਾਰਟਮੈਂਟ ਜੇ ਖੁਦ ਆਪ ਜਿਹੜੇ ਕੰਮ ਸਹੀ ਬਿਜਲੀ ਕਰ ਦੇ ਰਹੇ ਲਾਸਸ ਨੇ ਫਿਰ ਕਮਿਸ਼ਨ ਉਹਨੂੰ ਘੱਟ ਤੋਂ ਘੱਟ ਨਹੀਂ ਹੁੰਦੀ ਹੈਗੀ। ਦੇਰ ਕਿਉਂਕਿ ਹੁਣ ਤੱਕ ਇੰਸਟੈਂਸਸ देयर आर ਮਲਟੀਪਲ ਕਮਿਸ਼ਨਸ ਇਨ ਦਾ ਪਾਸਟ ਕਿ ਜਿਹੜੇ ਕਮਿਸ਼ਨ ਦਾ ਬਣ ਗਏ ਪਰ ਡਿਬੰਕ ਸਾਬਤ ਹੋਏ। ਸਵਾਲ ਇਹ ਨਹੀਂ ਹੈ ਕਿ ਕਮਿਸ਼ਨ ਅਸੀਂ ਪਹਿਲਾਂ ਵੀ ਅਪੀਲ ਵੀ ਕੀਤੀ ਹੈ ਕਿ ਜੇ 600 ਯੂਨਿਟ ਦੇ ਨਾਲ ਅਸੀਂ ਗੁਜ਼ਾਰਾ ਕਰਨਾ ਚਾਹੁੰਦੇ ਹਾਂ ਤਾਂ ਕਰਨਾ ਬਹੁਤ ਵਧੀਆ ਗੁਜ਼ਾਰਾ ਹੁੰਦਾ 2 ਮਹੀਨੇ ਦਾ। ਪਰ ਜੇ ਇਸ ਤੋਂ ਬਾਅਦ ਵੀ ਕੋਈ ਸਾਨੂੰ ਘਰ ਇਹੋ ਜਿਹੇ ਲੱਭਦੇ ਨੇ ਜਿਹੜੇ ਕਿ ਅਨਡਿਊ ਪਰਫਾਰਮ ਕਰ ਰਹੇ ਨੇ, ਕੁੰਡੀ ਪਾ ਕੇ ਜਾਂ ਕੋਈ ਹੋਰ ਮੈਥਡ ਯੂਜ਼ ਕਰਕੇ ਕੋਈ ਬਿਜਲੀ ਚੋਰੀ ਕਰਦੇ ਨੇ, ਤੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਸਰਕਾਰੀ ਅਧਿਕਾਰੀਆਂ ਤੇ ਹੋਈ ਗੋਲੀ ਜਾਂ ਵੱਡੀਆਂ ਤਾਰਾਂ ਤੋਂ ਚਾਹੇ ਸਰਕਾਰੀ ਅਧਿਕਾਰੀ ਹੋਵੇ ਚਾਹੇ ਪੋਲੀਟੀਸ਼ੀਅਨ ਹੋਵੇ, ਅੰਮ੍ਰਿਤਸਰ ਦੀ ਮੀਡੀਆ ਨੇ ਕਾਨੂੰਨ ਸਾਰਿਆਂ ਵਾਸਤੇ ਇੱਕ ਆ। देयर इज रूल ऑफ लॉ इन इंडिया। ਕਿਸੇ ਅਧਿਕਾਰੀ ਦਾ ਕਿਸੇ ਬੰਦੇ ਦਾ ਕੋਈ ਸ਼ਾਸਨ ਨਹੀਂ ਹੈ। ਇੱਥੇ ਸ਼ਾਸਨ ਕਾਨੂੰਨ ਕਰਦਾ। ਕਾਨੂੰਨ ਦੀ ਨਜ਼ਰਾਂ ਦੇ ਵਿੱਚ ਚਾਹੇ ਉਹ ਪੋਲੀਟੀਸ਼ੀਅਨ ਆ, ਚਾਹੇ ਉਹ ਬਿਊਰੋਕਰੈਟ ਆ, ਚਾਹੇ ਕੋਈ ਕਰਮਚਾਰੀ ਆ, ਅਧਿਕਾਰੀ ਆ, ਚਾਹੇ ਕੋਈ ਆਮ ਬੰਦਾ, ਸਾਰੇ ਇੱਕ ਨੇ, ਹਰ ਉੱਤੇ ਬਰਾਬਰ ਕਰ ਰਹੀ ਹੈ। ਕਰਜ਼ੇ ਦੀ ਗੱਲ ਕਰਦੇ ਹੋ, ਇੱਕ ਹਰੇਕ ਸਟੇਟ ਦਾ ਫਾਈਨੈਂਸ਼ੀਅਲ ਮੈਕੈਨਿਜ਼ਮ ਹੁੰਦਾ ਹੈ, ਹਰ ਵੀਕ ਦੇਖੋ ਉਹ ਜਿਹੜੇ ਕਰਜ਼ਾ PSPCL ਇੱਕ ਕਾਰਪੋਰੇਸ਼ਨ ਤੁਸੀਂ ਕਰਜ਼ਾ ਦੇ ਵੀ ਸਕਦੇ, ਠੀਕ ਆ, ਉਹ ਬਿਜਲੀ ਬਣਾਉਂਦੀ ਆ, ਬਿਜਲੀ ਨਾਲ ਜਿਹੜੀ ਜੋ ਉਹਨਾਂ ਦਾ ਘਾਟਾ ਉਹ ਸਰਕਾਰ ਦੇ ਦੇਣਾ। ਸਰਕਾਰ ਆਪਣਾ ਦੀ ਜੋ ਪੂਰੀ ਉਹਨਾਂ ਕੋਸ਼ਿਸ਼ ਹੈ ਦੇ ਕਿ ਕਰਜ਼ਾ ਘੱਟ ਤੋਂ ਘੱਟ ਲਿਆ ਜਾਵੇ ਔਰ ਮੋੜਿਆ ਵੀ ਉਹ ਜਿਹੜਾ ਦੇ ਰੂਪ ਦੇ ਵਿੱਚ ਦੇ ਰਹੀ। ਇਸ ਕਰਕੇ PSPCL ਘਾਟੇ ਜਾਂ ਵਾਧੇ ਚਾਹੇ ਕੋਈ ਸਵਾਲ ਪੈਦਾ ਨਹੀਂ ਹੁੰਦਾ। ਗੱਲ ਇਹ ਹੈ ਕਿ ਜੇ PSPCL ਨੂੰ ਅਸੀਂ ਆਪਣੀ ਅਦਾਇਗੀ ਜਿਹੜੀ ਸਮੇਂ ਸਿਰ ਪੂਰੀ ਕਰ ਰਹੇ ਹਾਂ ਔਰ PSPCL ਜਿਹੜਾ ਹੈ ਰੇਤ ਪੂਰੀ ਅਨਇੰਟਰਪਟਡ ਸਪਲਾਈ ਜਿਹੜੀ ਆ ਉਹ ਦੇ ਰਹੇ। ਪਿੱਛੇ ਤੁਸੀਂ ਦੇਖੋ ਇਸ ਵਾਰੀ ਝੋਨੇ ਦੇ ਸੀਜ਼ਨ ਦੇ ਉਹਨਾਂ ਦੇ ਉਹ ਇੱਕ ਕਿਤੇ ਕੋਈ ਕਿਹਤ ਨਹੀਂ ਆਇਆ ਹੋਇਆ ਸੀਗਾ ਕਿ ਉਹਨਾਂ ਨੂੰ ਤੋੜਨ ਕਿ ਸਾਨੂੰ ਵਿਰੋਧੀ ਕਹਿੰਦੇ ਸੀ ਕਿ ਬਲੈਕ ਆਊਟ ਹੋਣ ਜਾ ਰਿਹਾ, ਪ੍ਰੈਸ਼ਰ ਪਾਲਿਸੀ ਔਰ ਸਰਕਾਰ ਨਹੀਂ ਚੱਲਦੀ, ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾਂਦੀ। ਅਸੀਂ ਰਿਕਾਰਡ ਤੋੜ ਬਿਜਲੀ ਇਸ ਵਾਰੀ ਝੋਨੇ ਦੇ ਸੀਜ਼ਨ ਟੈਂਡਰਸ ਨੂੰ ਤੇ ਉਹ ਹਾਈ ਕੋਰਟ ਕਿਤਿਓਂ ਸਾਨੂੰ ਕੋਈ ਕੰਪਲੇਂਟ ਜਿਹੜੀ ਆ ਨਹੀਂ ਆਈ ਕਿ ਬਿਜਲੀ ਦੀ ਸਪਲਾਈ ਅਗਲਾ ਮੈਕੈਨਿਜ਼ਮ ਸੈੱਟ ਕੀਤਾ ਹੁਣ ਜਿਹੜੀਆਂ ਪਿਛਲੇ ਨੂੰ ਡਿਸਟਰਬ ਨਹੀਂ ਕੀਤਾ। ਜਿਹੜੇ ਤੁਸੀਂ ਰੇਟਾਂ ਦੀ ਗੱਲ ਕਰਦੇ ਹੋ, ਰੇਟਾਂ ਦੇ ਵਧਣ ਦਾ ਕਾਰਨ ਇਹ ਵੀ ਹੈ ਕਿ ਇਲੀਗਲ ਮਾਈਨਿੰਗ ਦੇ ਉੱਪਰ ਚੂੜੀ ਕਸੀ ਗਈ, ਸਪਲਾਈ ਘਟ ਗਈ, ਡਿਮਾਂਡ ਵੱਧ ਸੀਗੀ, ਇਸ ਕਰਕੇ ਰੇਟਸ ਨੇ ਜਿਹੜੇ ਉਹ ਵਧੇ। ਸੋ ਇਸ ਕਰਕੇ ਇਹ ਜਿਹੜਾ ਇੱਕ ਪਿਛਲਾ ਮੈਸਅਪ ਚੱਲਿਆ ਹੁੰਦਾ ਸੀਗਾ ਉਹਦਾ ਇੰਪੈਕਟ ਤਾਂ ਹੋਣਾ ਹੀ ਸੀਗਾ, ਜਿਹੜਾ ਕਿ ਹੌਲੀ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ 2-3 ਮਹੀਨਿਆਂ ਦੇ ਵਿੱਚ ਜਦੋਂ ਨਵੇਂ ਟੈਂਡਰਸ ਦੇ ਜਿਹੜੇ ਉਹ ਹੋ ਜਾਣਗੇ, ਦੇ ਵਿਲ ਬੀ ਸੌਰਟਡ ਆਊਟ, ਨੰਬਰ 1। ਨੰਬਰ 2, ਹੁਣ ਇਹਦੇ ਕੰਪੈਰੇਟਿਵਲੀ ਤੁਸੀਂ ਸ਼ਰਾਬ ਮਾਫੀਆ ਦੀ, ਨਸ਼ਾ ਮਾਫੀਆ ਦੀ ਗੱਲ ਕੀਤੀ। ਸਰਕਾਰ ਬਣੀ 16 ਮਾਰਚ ਨੂੰ, ਜਿਹੜੇ ਐਕਸਾਈਜ਼ ਦੇ ਸ਼ਰਾਬ ਦੇ ਕੰਟਰੈਕਟ ਨੇ ਉਹ ਵੀ 31 ਮਾਰਚ ਨੂੰ ਖਤਮ ਹੋ ਜਾਂਦੇ ਨੇ। 3 ਮਹੀਨੇ ਬਾਅਦ ਅਸੀਂ ਐਕਸਾਈਜ਼ ਪਾਲਿਸੀ ਲੈ ਕੇ ਆਏ, ਜਿਹੜੀ ਅੱਜ ਤੱਕ 70 ਸਾਲਾਂ ਦੇ ਵਿੱਚ ਐਕਸਾਈਜ਼ ਰੈਵਨਿਊ ਦੀ ਕਲੈਕਸ਼ਨ ਸੀ, ਜਿਹੜੀ ਹੁਣ ਤੱਕ ਅਕਾਲੀ ਕਾਂਗਰਸ ਦੀ ਸਰਕਾਰਾਂ ਤੋਂ 6200 ਕਰੋੜ ਤੇ ਪਹੁੰਚੀ ਸੀਗੀ, ਉਹ ਸਾਡੇ ਟਾਰਗੇਟਸ ਨੇ ਜਿਹੜੇ ਉਹ 9700 ਕਰੋੜ ਦੇ ਨੇ, ਵਿਚ ਆਰ ਕਲੋਜ਼ ਟੂ ਬੀ ਅਚੀਵਡ ਵੈਰੀ ਸੂਨ। ਆਹ 2-3 ਮਹੀਨੇ ਤੁਹਾਨੂੰ ਪਤਾ ਲੱਗ ਜੂਗਾ 97 ਸੀ ਨੂੰ ਹੋਏਗਾ 95 ਜਾਂ 9200 ਕਰੋੜ ਹੋ ਜਾਏਗਾ। ਇੱਕ 9 ਮਹੀਨਿਆਂ ਦੀ ਟਾਈਮ ਵਿੰਡੋ ਦੇ ਵਿੱਚ ਜੇ ਤੁਸੀਂ 3200 ਕਰੋੜ ਯਾਨੀ ਕਿ 6200 ਕਰੋੜ ਤੋਂ 9200 ਕਰੋੜ ਤੇ ਲੈ ਜਾਂਦੇ ਹੋ, ਤੇ 1.5 ਜੇ ਤੁਸੀਂ ਰੈਵਨਿਊ ਕਲੈਕਸ਼ਨ ਕਰਦੇ ਨੇ ਸਿਰਫ ਔਰ ਸਿਰਫ ਐਕਸਾਈਜ਼ ਦੇ ਵਿੱਚ, ਦੈਟ ਮੀਨਸ ਕਿਤੇ ਨਾ ਕਿਤੇ ਤਾਂ ਮਾਫੀਆ ਚੱਲ ਰਿਹਾ ਸੀਗਾ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਸ ਕਿ
ਪਹਿਲਾਂ ਇੰਨਾ ਕੁ ਮੈਸਅਪ ਹੋਇਆ ਸੀ ਨਾ ਜੀ ਸਾਰਾ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਾਂ, ਆਪਦੇ ਮਹਿਕਮੇ ਦੇ ਦੇਣ, ਬੜੀ ਛੋਟੀ ਜਿਹੀ ਐਗਜ਼ਾਮਪਲ ਹੈ। ਸਾਡੇ ਲੁਧਿਆਣੇ ਦੇ ਵਿੱਚ ਇੱਕ ਗਲਾਡਾ ਕੋਲ 1.2 ਏਕੜ ਦੀ ਸਾਈਟ ਸੀਗੀ। ਉਹਨੂੰ ਗਲਾਡਾ ਲੋਕਾਂ ਨੂੰ ਫੰਕਸ਼ਨਸ ਵਾਸਤੇ, ਐਗਜ਼ੀਬਿਸ਼ਨਸ ਵਾਸਤੇ, ਜਾਂ ਜਦੋਂ ਰਾਮਲੀਲਾ ਦੇ ਫੰਕਸ਼ਨ ਹੁੰਦੇ ਸੀਗੇ 15 ਦਿਨ ਉਦੋਂ ਕਿਰਾਏ ਤੇ ਦੇ ਦਿੰਦੇ ਸੀਗੇ। ਸਾਡੇ ਇਸ ਤੋਂ ਪਹਿਲਾਂ ਲਾਸਟ ਈਅਰ ਤੁਸੀਂ ਗੈਸ ਕਰੋ ਕਿ ਉਹ ਪਰ ਡੇ ਕਿੰਨੇ ਰੁਪਏ ਰੈਂਟ ਤੇ ਉੱਪਰ ਗਈ ਹੋਊਗੀ? 15,100 ਪਿਛਲੇ ਸਾਲ। ਤੇ ਇਸ ਵਾਰ ਅਸੀਂ ਕਿੰਨੇ ਤੇ ਚੜਾਈ ਹੈ? ਉਹ 4,71,000 ਰੁਪਏ ਪਰ ਡੇ। 15 ਦਿਨਾਂ ਦਾ ਕਿਰਾਇਆ ਜਿਹੜਾ 70 ਲੱਖ ਰੁਪਇਆ ਗਲਾਡਾ ਕੋਲ ਐਡੀਸ਼ਨਲ ਆ ਗਿਆ। This was very small example, but this was the quantum of mafia and inappropriation of funds that was being done by the previous government. So ਅਸੀਂ ਸਾਰੇ ਨੂੰ ਹੈਂਡਲ ਕਰਨ ਲੱਗੇ ਤੇ ਬੜੀ ਜਲਦੀ ਹੀ ਇਹ ਸਾਰੇ ਸਿਸਟਮ ਨੇ ਜਿਹੜੇ ਇਹਨਾਂ ਨੂੰ ਦਰੁਸਤ ਕਰਕੇ you will see a good and progressive Punjab. Aman ji, firstly I want to compliment you. Sir, this is a press conference ਕਰਨੀ ਨਾ। ਇੱਕ ਮਿੰਟ ਬਾਅਦ ਜੀ। ਅੱਛਾ, you're not from media? You're not from media? ਸਰ ਆਪਾਂ ਅਲੱਗ ਬੈਠ ਕੇ ਹਾਂਜੀ।